वाहेगुरु 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 विसर नाई दातार विसर नाई दातार अपना नाम दे हो अपना नाम दे हो गुण गावा दिन रात गुण गावा दिन रात नानक चाहो ए हो नानक चाहो ए हो वाहेगुरु 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 जी का खालसा वाहेगुरु जी की फतेह। तनासरी महला पहला। धन धन श्री गुरु नानक देव महाराज जी का हे पावन मुख वाक मुख बोल हैं। तनासरी राग के अंदर बाणी गायन की गई है जी। जियो तपत है बारो बार
ਸਿਫਤ ਸਲਾਹ ਬਾਣੀ ਦੀ ਸਿਫਤ ਸਲਾਹ ਕਰਦੇ ਹੋਏ ਜੇ ਬਾਣੀ ਵਿਸਰਦੀ ਹੈ ਤੇ ਜਿੰਦ ਮੁੜ ਮੁੜ ਕੇ ਦੁਖੀ ਹੁੰਦੀ ਹੈ। ਇਹ ਜਿਹੜਾ ਜੀ ਹੈ, ਸਾਡਾ ਦਿਲ ਹੈ, ਹਿਰਦਾ ਹੈ, ਦੁਖੀ ਹੁੰਦਾ ਹੈ। ਤਪ ਤਪ ਖਾਪੈ ਬਹੁਤ ਬੇਕਾਰ, ਦੁਖੀ ਹੋ ਕੇ ਹੋਰ ਵਿਕਾਰਾਂ ਵਿੱਚ ਖੁਆਰ ਹੁੰਦੀ ਹੈ। ਹੋਰ ਹੀ ਇਹਨੂੰ ਦੁੱਖ ਲੱਗਣੇ ਸ਼ੁਰੂ ਹੋ ਜਾਂਦੇ ਹਨ। ਮਨ ਦੁਖੀ ਹੋ ਕੇ ਕਲਪਦਾ ਹੈ। ਸਤਿਗੁਰੂ ਮਹਾਰਾਜ ਇਹ ਉਪਦੇਸ਼ ਦੇ ਰਹੇ ਹਨ, ਜੈ ਤਨ ਬਾਣੀ ਵਿਸਰ ਜਾਏ। ਜਿਸ ਸਰੀਰ ਵਿੱਚ ਭਾਵ ਜਿਸ ਮਨੁੱਖ ਨੂੰ ਪ੍ਰਭੂ ਦੀ ਸਿਫਤ ਸਲਾਹ ਦੀ ਬਾਣੀ ਭੁੱਲ ਜਾਂਦੀ ਹੈ, ਬਾਣੀ ਤੋਂ ਵੱਖਰਾ ਹੋ ਜਾਂਦਾ ਹੈ, ਜਿਉਂ ਪੱਕਾ ਰੋਗੀ ਵਿਲ ਲਾਏ। ਉਹ ਸਦਾ ਇਉਂ ਵਿਲਕਦਾ ਹੈ ਜਿਵੇਂ ਕੋਈ ਕੋਹੜ ਦੇ ਰੋਗ ਵਾਲਾ ਬੰਦਾ ਤੜਫਦਾ ਹੈ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਪੱਕਾ ਰੋਗ, ਕੋਹੜ ਦਾ ਰੋਗ। ਰਾਓ ਸਤਿਗੁਰੂ ਮਹਾਰਾਜ ਇੱਕ ਕੋਹੜੀ ਦੀ ਉਦਾਹਰਨ ਤਾਂ ਦੇ ਰਹੇ ਹਨ ਕਿਉਂਕਿ ਇਹ ਸ਼ਬਦ ਜਿੱਥੇ ਗਾਇਨ ਕੀਤਾ ਗਿਆ ਸੀ ਨਾ, ਉੱਥੇ ਗੁਰੂ ਨਾਨਕ ਸਾਹਿਬ ਇੱਕ ਨਗਰ ਵਿੱਚ ਗਏ ਸਨ। ਉੱਥੇ ਝੋਪੜੀ ਵਿੱਚ ਬਾਹਰ ਨਗਰ ਤੋਂ ਬਾਅਦ ਇੱਕ ਕੋਹੜੀ ਬੈਠਾ ਸੀ, ਜਿਹਨੂੰ ਕੋਈ ਮੂੰਹ ਨਹੀਂ ਲਾਉਂਦਾ ਸੀ, ਪਰ ਗੁਰੂ ਨਾਨਕ ਸਾਹਿਬ ਉਹਦੀ ਝੋਪੜੀ 'ਚ ਆਪ ਗਏ ਸਨ ਅਤੇ ਉੱਥੇ ਇਹ ਸ਼ਬਦ ਉਚਾਰਿਆ ਗਿਆ ਸੀ। ਅਤੇ ਜਿੱਥੇ ਬਾਣੀ ਦਾ ਸ਼ਬਦ ਉਚਾਰਿਆ ਉੱਥੇ ਅੰਮ੍ਰਿਤ ਦੇ ਛਿੱਟੇ ਪਾ ਕੇ ਉਸ ਕੋਹੜੀ ਦਾ ਰੋਗ ਰਾਜੀ ਕੀਤਾ ਗਿਆ। ਬਹੁਤਾ ਬੋਲਣ ਝੱਖਣ ਹੋਏ। ਸਿਮਰਨ ਤੋਂ ਖਾਲੀ ਰਹਿਣ ਕਰਕੇ ਜਿਹੜੇ ਸਾਨੂੰ ਦੁੱਖ ਲੱਗਦੇ ਹਨ, ਅਸੀਂ ਫਿਰ ਗਿੱਲੇ ਕਰਦੇ ਹਾਂ ਪਰਮਾਤਮਾ ਨੂੰ, ਸ਼ਿਕਵੇ ਕਰਦੇ ਹਾਂ। ਉਹ ਵਿਅਰਥ ਹੀ ਬੋਲ ਰਹੇ ਹਾਂ। ਅਸੀਂ ਸਤਿਗੁਰੂ ਮਹਾਰਾਜ ਨੂੰ ਬੋਲ ਕੇ ਦੱਸ ਰਹੇ ਹਾਂ, ਸਾਡੇ ਨਾਲ ਇਹ ਹੋ ਗਿਆ, ਇਹ ਹੋ ਗਿਆ। ਇਹ ਸਾਡੇ ਵਿਅਰਥ ਹਨ। ਸਤਿਗੁਰੂ ਨੇ ਇਸ਼ਾਰਾ ਦਿੱਤਾ ਹੈ, ਬਹੁਤਾ ਬੋਲਣ ਝੱਖਣ ਹੋਏ। ਵਿਣ ਬੋਲੇ ਜਾਣ ਸਭ ਸੋਏ। ਕਿਉਂਕਿ ਉਹ ਪਰਮਾਤਮਾ ਸਾਡੇ ਗਿਲੇ ਕਰਨ ਤੋਂ ਬਿਨਾਂ ਹੀ ਸਾਡੇ ਰੋਗਾਂ ਦਾ ਸਾਰਾ ਕਾਰਨ ਜਾਣਦਾ ਹੈ ਕਿ ਰੋਗ ਆਇਆ ਕਿੱਧਰੋਂ। ਇਹਦੇ ਸਰੀਰ ਨੂੰ ਦੁੱਖ ਲੱਗਿਆ ਹੈ, ਕਿਹੜੇ ਕਰਮ ਕਰਕੇ ਹੋਇਆ ਹੈ। ਕਿਉਂਕਿ ਅਸੀਂ ਤਾਂ ਬੋਲ ਰਹੇ ਹਾਂ ਜੋ ਸਾਡੇ ਨਾਲ ਬੀਤਿਆ ਹੈ, ਪਿਛਲਾ ਤਾਂ ਸਾਨੂੰ ਨਹੀਂ ਪਤਾ ਨਾ ਕਿ ਕੀ ਗਲਤੀ ਹੋਈ ਸੀ ਪਿਛਲੇ ਜਨਮ ਵਿੱਚ। ਉਹ ਕਰਮ ਬਣ ਕੇ ਅੱਗੇ ਆ ਗਿਆ ਹੈ। ਰਾਓ ਜਿਨ ਕੰਨ ਕੀਤੇ ਅੱਖੀ ਨਾਖ। ਦੁੱਖਾਂ ਤੋਂ ਬਚਣ ਵਾਸਤੇ ਉਸ ਪ੍ਰਭੂ ਦਾ ਸਿਮਰਨ ਕਰਨਾ ਚਾਹੀਦਾ ਜੀ। ਜਿਸ ਨੇ ਕੰਨ ਦਿੱਤੇ ਹਨ, ਅੱਖਾਂ ਦਿੱਤੀਆਂ ਹਨ, ਨੱਕ ਦਿੱਤਾ ਹੈ। ਜਿਨ ਜੀਵਾ ਦਿੱਤੀ ਬੋਲੇ ਤਾਤ। ਜਿਸ ਨੇ ਸਾਨੂੰ ਇਹ ਜੀਵ ਦਿੱਤੀ ਹੈ ਜੋ ਬੜੀ ਤੇਜ਼ੀ ਨਾਲ ਛੇਤੀ ਬੋਲਦੀ ਹੈ, ਰਸਨਾ ਦਿੱਤੀ ਹੈ। ਦਰਅਸਲ ਨਾਮ ਜਪਣ ਵਾਸਤੇ ਦਿੱਤੀ ਗਈ ਹੈ ਜੀਵਾ, ਪਰ ਅਸੀਂ ਉਹਨੂੰ ਵਿਅਰਥ ਹੀ ਵਾਦ ਵਿਵਾਦ ਹੋਰ ਗੱਲਾਂ ਵਿੱਚ ਲਾ ਦਿੰਦੇ ਹਾਂ। ਜਿਨ ਮਨ ਰਾਖਿਆ ਅਗਨੀ ਪਾਏ। ਜਿਸ ਨੇ ਸਾਡੇ ਸਰੀਰ ਵਿੱਚ ਨਿੱਘ ਪਾ ਕੇ ਜਿੰਦ ਸਰੀਰ ਵਿੱਚ ਟਿਕਾ ਦਿੱਤੀ ਹੈ। ਜਿਨ੍ਹਾਂ ਨੇ ਸਾਡੇ ਸਰੀਰ ਵਿੱਚ ਆਤਮਾ ਟਿਕਾਈ ਹੈ ਪ੍ਰਭੂ ਨੇ। ਵਾਜੈ ਪਵਨ ਆਖੈ ਸਭ ਜਾਏ। ਜਿਸ ਦੀ ਕਲਾ ਨਾਲ ਸਰੀਰ ਵਿੱਚ ਸਵਾਸ ਚੱਲਦਾ ਹੈ ਅਤੇ ਮਨੁੱਖ ਹਰ ਥਾਂ ਤੁਰ ਫਿਰ ਕੇ ਬੋਲ ਚਾਲ ਕਰ ਸਕਦਾ ਹੈ ਜੀ। ਬੋਲਦਾ ਵੀ ਹੈ, ਚੱਲਦਾ ਵੀ ਹੈ, ਵਰਤਦਾ ਵੀ ਹੈ। ਉਹ ਸਭ ਉਹਦੀ ਕਿਰਪਾ ਹੈ। ਉਹਦੀ ਕਿਰਪਾ ਨਾਲ ਕੁਛ ਨਹੀਂ ਹੋ ਸਕਦਾ। ਸਤਿਗੁਰੂ ਮਹਾਰਾਜ ਉਸ ਸਰੀਰ ਦੇ ਬਾਰੇ ਚੇਤਾ ਕਰਾ ਰਹੇ ਹਨ। ਜੇਤਾ ਮੋਹ ਪ੍ਰੀਤ ਸਵਾਦ। ਜਿਤਨਾ ਵੀ ਮਾਇਆ ਦਾ ਮੋਹ ਹੈ, ਦੁਨੀਆ ਦੀ ਪ੍ਰੀਤੀ ਹੈ,
ਰਸਾਂ ਦੇ ਸਵਾਦ ਹਨ ਦਰਸਲ। ਇੱਕ ਪ੍ਰਕਾਰ ਦਾ ਆਨੰਦ ਹੀ ਹੈ। ਜਿੰਨੇ ਵੀ ਹਨ ਸਰੀਰਿਕ ਸੁੱਖ ਇਹ ਸਵਾਦ ਪ੍ਰਤੀਤ ਹੁੰਦੇ ਹਨ। ਸਭਾ ਕਾਲਕ ਦਾਗਾ ਦਾਗ, ਇਹ ਸਾਰੇ ਮਨ ਵਿੱਚ ਵਿਕਾਰ ਦੀ ਕਾਲਕ ਹੀ ਪੈਦਾ ਕਰਦੇ ਹਨ। ਜਿੰਨੇ ਸੁੱਖ ਹਨ ਨਾ ਪਦਾਰਥਾਂ ਦੇ, ਇਹ ਅਖੀਰ ਵਿੱਚ ਆਪਣੀ ਕਾਲਕ ਦੇ ਜਾਂਦੇ ਹਨ। ਵਿਕਾਰਾਂ ਦੇ ਦਾਗ ਹੀ ਲਾਉਂਦੇ ਹਨ। ਵਿਕਾਰ ਹਮੇਸ਼ਾ ਦਾਗ ਲਾਏਗਾ। ਵਿਕਾਰ ਦਾ ਕੰਮ ਹੀ ਇਹੀ ਹੈ ਕਿ ਉਹ ਦਾਗ ਹੀ ਲਾਏਗਾ। ਦਾਗ ਦੋਸ ਮੋਹੇ ਚਲਿਆ ਲਾਏ, ਸਿਮਰਨ ਤੋਂ ਸੁੰਝਾ ਰਹਿ ਕੇ ਵਿਕਾਰਾਂ ਵਿੱਚ ਫਸ ਕੇ ਮਨੁੱਖ ਵਿਕਾਰਾਂ ਦੇ ਦਾਗ ਆਪਣੇ ਮੱਥੇ 'ਤੇ ਲਾ ਕੇ ਇੱਥੋਂ ਚਲਾ ਪੈਂਦਾ ਹੈ। ਇੱਧਰੋਂ ਜਾਣਾ ਪਏਗਾ, ਸੰਸਾਰ ਤੋਂ ਵਿਚਰੇਗਾ, ਵਿਕਾਰਾਂ ਦੇ ਨਾਲ ਦਾਗ ਲਗਾਏਗਾ, ਫਿਰ ਉਹਨੂੰ ਜਾਣਾ ਪਏਗਾ ਅਗਲੇ ਚਾਨ। ਦਰਗਾਹ ਬੈਸਨ ਨਾਹੀ ਜਾਏ, ਅਤੇ ਪਰਮਾਤਮਾ ਦੀ ਹਜ਼ੂਰੀ ਵਿੱਚ ਉਸ ਨੂੰ ਬੈਠਣਾ ਨਹੀਂ ਮਿਲੇਗਾ, ਉਹਨੂੰ ਥਾਂ ਨਹੀਂ ਮਿਲੇਗੀ। ਜਿਸ ਤਰ੍ਹਾਂ ਡੱਲੇ ਨੇ ਆਖਿਆ ਸੀ, ਮਹਾਰਾਜ ਪੀੜੀ ਜਿੰਨੀ ਥਾਂ ਦੇ ਦਿਓ ਸੱਚਖੰਡ ਵਿੱਚ। ਪੀੜੀ ਜੀ ਗੁਰੂ ਗੋਬਿੰਦ ਸਿੰਘ ਜੀ ਅੱਗੋਂ ਬੋਲੇ, ਡੱਲਿਆ ਪੀੜੀ ਜਿੰਨੀ, ਸੂਈ ਦੇ ਨੱਕੇ ਜਿੰਨੇ ਵੀ ਥਾਂ ਨਹੀਂ ਮਿਲੇਗੀ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਕਿਉਂ? ਕਾਰਨ ਦੱਸਿਆ ਨਾ ਨਾਲ। ਡੱਲੇ ਨੇ ਪੁੱਛਿਆ ਕਿਉਂ? ਕਹਿੰਦੇ ਗੁਰੂ ਵਾਲਾ ਬਣ ਜਾ, ਪਹਿਲੇ ਅੰਮ੍ਰਿਤਧਾਰੀ ਗੁਰਸਿੱਖ ਬਣੇਗਾ ਤੇ ਭਾਵੇਂ ਮੇਰੇ ਕੋਲ ਮੰਜਾ ਡਾਲਿਆ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਜੇ ਮੇਰਾ ਨਹੀਂ ਬਣੇਗਾ ਤੇ ਫਿਰ ਤੈਨੂੰ ਸੱਚਖੰਡ ਵਿੱਚ ਥਾਂ ਨਹੀਂ ਮਿਲਣੀ। ਡੱਲਿਆ ਭੁੱਲ ਜਾ, ਕਿਤੇ ਭੁਲੇਖੇ 'ਚ ਹੋਵੇ। ਡੱਲੇ ਨੇ ਹੱਥ ਜੋੜਤੇ, ਪੂਰਾ ਪਰਿਵਾਰ ਡੱਲੇ ਦਾ ਅੰਮ੍ਰਿਤ ਛਕਣ ਅਗਲੇ ਦਿਨ ਪਹੁੰਚ ਗਿਆ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਅੱਜ ਡੱਲੇ ਦੇ ਘਰ ਰੌਣਕਾਂ ਲੱਗੀਆਂ। ਜਿੱਥੇ ਸੰਗਤ ਦਮਦਮਾ ਸਾਹਿਬ ਦਰਸ਼ਨ ਕਰਨ ਜਾਂਦੀ ਹੈ, ਉੱਥੇ ਭਾਈ ਡੱਲਾ ਜੀ ਦੇ ਘਰ ਵੀ ਜ਼ਰੂਰ ਜਾਂਦੀ ਹੈ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਜੁੜੋਗੇ ਤੇ ਫਿਰ ਇਹ ਰਹਿਮਤਾਂ, ਇਹ ਬਖਸ਼ਿਸ਼ਾਂ ਆਪੇ ਦੇਗਾ ਪ੍ਰਭੂ, ਵਡਿਆਈਆਂ ਆਪੇ ਦੇ ਦੇਗਾ ਤੁਹਾਨੂੰ। ਦਰਗਾਹ ਬੈਸਨ ਨਾਹੀ ਜਾਏ, ਉਹਨਾਂ ਨੂੰ ਦਰਗਾਹ ਵਿੱਚ ਥਾਂ ਨਹੀਂ ਮਿਲਦੀ ਜਿਹੜੇ ਗੁਰੂ ਤੋਂ ਟੁੱਟੇ ਹੋਏ ਹਨ। ਪਿਆਰਿਓ, ਕਰਮ ਮਿਲੇ ਆਖਣ ਤੇਰਾ ਨਾਉ, ਪਰ ਹੇ ਪ੍ਰਭੂ ਜੀਵ ਦੇ ਕੀ ਵਸ ਹੈ, ਉਹਦੇ ਵਿਚਾਰੇ ਦੇ ਕੀ ਵਸ ਹੈ। ਤੇਰਾ ਨਾਮ ਸਿਮਰਨ ਦਾ ਗੁਣ ਤੇਰੀ ਮਿਹਰ ਨਾਲ ਹੀ ਮਿਲ ਸਕਦਾ ਹੈ। ਜੇ ਤੇਰੀ ਕਿਰਪਾ ਨਹੀਂ ਹੋਏਗੀ ਫਿਰ ਬਖਸ਼ਿਸ਼ ਵੀ ਨਹੀਂ ਹੋਣੀ। ਜਿਤ ਲਗ ਧਰਨਾ ਹੋਰ ਨਹੀਂ ਥਾਓ, ਤੇਰੇ ਨਾਮ ਵਿੱਚ ਲੱਗ ਕੇ ਮੋਹ ਤੇ ਵਿਕਾਰਾਂ ਦੇ ਸਮੁੰਦਰ ਵਿੱਚੋਂ ਪਾਰ ਲੰਘ ਸਕੀਦਾ। ਨਾਮ ਤੋਂ ਬਿਨਾਂ ਨਹੀਂ ਲੰਘੀਦਾ। ਮੋਹ ਤੇ ਬਹੁਤ ਜ਼ਿਆਦਾ ਚੜ੍ਹਦਾ ਸਾਨੂੰ, ਵਿਕਾਰ ਸਾਨੂੰ ਚਿਮੜ ਜਾਂਦੇ ਹੈ। ਕਿੱਦਾਂ ਲੰਘੀਏ? ਇਹਨਾਂ ਤੋਂ ਬਚਣ ਲਈ ਇਹ ਹੋਰ ਕੋਈ ਥਾਂ ਨਹੀਂ ਹੈ। ਜੇ ਕੋ ਡੁੱਬੇ ਫਿਰ ਹੋਵੇ ਸਾਰ, ਇੱਕ ਗੱਲ ਦੀ ਲੋੜ ਹੈ। ਜੇ ਕੋਈ ਮਨੁੱਖ ਪ੍ਰਭੂ ਨੂੰ ਭੁਲਾ ਕੇ ਵਿਕਾਰਾਂ ਵਿੱਚ ਡੁੱਬਦਾ ਵੀ ਹੈ, ਉਹ ਪ੍ਰਭੂ ਇਤਨਾ ਦਿਆਲ ਹੈ, ਫਿਰ ਵੀ ਉਸ ਦੀ ਸੰਭਾਲ ਹੋ ਜਾਂਦੀ ਹੈ। ਇੰਨੇ ਵਿਕਾਰਾਂ ਵਿੱਚ ਡੁੱਬਣ ਤੋਂ ਬਾਅਦ ਵੀ ਜੇ ਉਹ ਸ਼ਰਨਾਈ 'ਚ ਆ ਜਾਏ, ਇਹ ਤਰੀਕਾ ਹੈ। ਜੇ ਪ੍ਰਭੂ ਨੂੰ ਆਪਣੇ ਗੁਨਾਹ ਦੀ ਤੋਬਾ ਕਰ ਲੇ, ਗਲਤੀ ਮੰਨ ਲੇ, ਤੁਮਰੀ ਸ਼ਰਨ ਤੁਮਾਰੀ ਆਸਾ, ਤੁਮ ਹੀ ਸਜਨ ਸੁਹੇਲੇ, ਰਾਖੋ ਰਾਖਨ ਹਾਰ ਦਿਆਲਾ, ਨਾਨਕ ਘਰ ਕੇ ਗੋਲੇ। ਸ਼ਰਨ ਵਿੱਚ ਆ ਜਾਓ, ਰਾਖੋ ਸ਼ਰਨਾਈ। ਗੁਰੂ ਰਾਮਦਾਸ ਰਾਖੋ ਸ਼ਰਨਾਈ। ਨਾਨਕ ਸਾਚਾ ਸਰਬ ਦਾਤਾਰ, हे ਨਾਨਕ ਉਹ ਸਦਾ ਸਥਿਰ ਰਹਿਣ ਵਾਲਾ ਪ੍ਰਭੂ ਸਭ ਜੀਵਾਂ ਨੂੰ ਦਾਤਾ ਦੇਣ ਵਾਲਾ ਹੈ। ਕਿਸੇ ਨੂੰ ਵਿਕਰਾ ਨਹੀਂ ਕਰਦਾ, ਅਲੱਗ ਨਹੀਂ ਰੱਖਦਾ। ਜੇ ਅਗਰ ਆਪਣੀ ਕਿਰਪਾ ਵਿੱਚ ਆ ਜਾਏ, ਪ੍ਰਭੂ ਮਿਹਰ ਵਿੱਚ ਆ ਜਾਵੇ, ਤੇ ਵਿਤਕਰਾ ਵੀ ਨਹੀਂ ਕਰਦਾ। ਸਭ ਨਾਲ ਇੱਕੋ ਜਿਹਾ ਵਰਤਦਾ ਹੈ, ਸਭ ਨੂੰ ਇੱਕੋ ਜਿਹਾ ਸਾਂਝ ਕਰਦਾ ਹੈ। ਪ੍ਰੇਮ ਵਿੱਚ ਉਹਨੂੰ ਗਲਵਕੜੀ ਲੈ ਲੈਂਦਾ ਹੈ, ਕਿਉਂਕਿ ਉਹ ਸ਼ਰਨ ਵਿੱਚ ਆ ਗਏ ਨਾ।
माफ़ी मंग ली, प्रभु के अनुसार जीवन ढाल लिया, इस करके उन्होंने माफ़ी मिल गई। फिर गुनाह तो तौबा कर लिया उन्होंने, जीवन बदल गया। ये सतगुरु महाराज जी का उपदेश है। अज का संग्राम के दिहाड़े ते सतगुरु महाराज सानू शिक्षा देंदे हैं रोज़ाना हुक्मनामे के जरिए कि सिख किसी भी खाते विच थुड़ ना जावे, हर जगह उत्तम बने मेरा प्यारा उत्तम। आओ अज ये जड़ा कथा है ये सिर्फ हुक्मनामे की की जाएगी, क्योंकि हुण सहज पाठ जो संग्राम के आरंभ होने वाले हैं, कुछ मिनटा आप जी के समक्ष फिर जिन्हों ने सहज पाठ में हाजरियाँ भरनी है भाई वो जरूर रुको तो संगत करो, यही लाभ है। सारे जपो वाहेगुरु 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 वाहेगुरु। धन